दुख रोग का डेरा पन्ना। आनंद करै नर नारी, हर घर प्रभ कृपा धारी। संता सुख हुआ सब थाई, पार ब्रह्म पूर्ण परमेश्वर। रब रखिया सबनी जाय, तुर की बाणी आई। तिन सगली चिंत मिटाई, दयाल पुरख मेघरबाना। हर नानक साच बखाना। वाहिगुरु जी का खालसा, वाहिगुरु जी की फतेह। परम सत्कारयोग गुरु रूप गुरु खालसा साध संगत जी। अकाल पुरख वाहिगुरु धन धन श्री गुरु ग्रंथ ਸਾਹਿਬ महाराज। धन धन श्रीमान संत बाबा ईश्वर सिंह जी महाराज राड़ा साहिब वाले। धन धन माता साहिब कौर जियां दी अपरंपार किरपा रहमत बख्शिश दा सदका अज असी पंजाब दी धरती तो दिल्ली दी धरती तो चल के दुबई दे विच धर्म प्रचार वास्ते पहुंचे हाँ। अज साडा पहला दिन है इस स्थान ते दुबई दे विच, जिथे संगत ने बेनती करके बुलाउणा कीता है, जो कि जिथे भी रब दे प्यारे जाते हैं उन्हां दे जाण दा मेन प्रयोजन ये हुंदा है कि जाके रब दी विचार कीती जाए। ईरखा नफरत लड़ाइयां झगड़े खत्म कर दिते जान। सो आपां नूं वाहिगुरु जी ने समा बख्शिश कीता है, जो कि पिछले काफ़ी लंबे समय तो लै करके श्री गुरु ग्रंथ ਸਾਹਿਬ महाराज जी की लड़ीवार गुरबाणी कथा चल रही है। गुरबाणी सहस्कृति बाणी के अर्थ आपां करदे आ रहे हाँ। जदों पंजाब दे विच दीवान लगदे हन, जो कि विदेशां दे विच भी जांदे हाँ, पंजाब तो बाहरलियां स्टेटां विच भी जांदे हाँ। जिथे भी जांदे हाँ धर्म का प्रचार करदे हाँ। उत्थे असी सारे गुरु ग्रंथ ਸਾਹਿਬ महाराज की कथा कर दिती है ਅਤੇ ਹੁਣ ਸੰਗਤਾਂ ਦੀ ਬੇਨਤੀ ਕਰਨ ਤੇ ਸ਼ਲੋਕ ਸਹਿਸਕ੍ਰਿਤੀ ਬਾਣੀ ਦੀ ਵਿਆਖਿਆ ਪ੍ਰਾਰੰਭ ਕੀਤੀ ਹੋਈ ਹੈ। ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਆਪਾਂ ਨੇ ਹੁਣ ਤੱਕ ਸਹਿਸਕ੍ਰਿਤੀ ਬਾਣੀ ਦੇ 29 ਸ਼ਲੋਕ ਵਿਚਾਰ ਲਏ ਹਨ। ਅੱਜ ਆਪਾਂ 30ਵੇਂ ਸ਼ਲੋਕ ਦੀ ਵਿਚਾਰ ਪ੍ਰਾਰੰਭ ਕਰਨੀ ਹੈ। ਦੁਬਈ ਦੀਆਂ ਸੰਗਤਾਂ ਦਾ ਬਹੁਤ ਧੰਨਵਾਦ, ਜੋ ਕਿ ਇੱਥੇ ਪਹੁੰਚ ਕੇ ਲਾਹਾ ਪ੍ਰਾਪਤ ਕਰ ਰਹੇ ਹਨ, ਅਤੇ ਜੋ ਪੰਜਾਬ ਦੀਆਂ ਸੰਗਤਾਂ ਲਾਹਾ ਲੈ ਰਹੀਆਂ ਹਨ ਉਹਨਾਂ ਦਾ ਵੀ ਧੰਨਵਾਦ। ਆਪ ਜੀ ਸੰਤ ਆਸ਼ਰਮ ਮਲੇਸ਼ੀਆ ਟੀਵੀ ਤੇ ਲਾਈਵ ਸੁਣਦੇ ਹੋ, ਖੁਦ ਵੀ ਸੁਣੋ, ਸ਼ੇਅਰ ਕਰਕੇ ਦੂਜੀਆਂ ਸੰਗਤਾਂ ਨੂੰ ਵੀ ਗੁਰਬਾਣੀ ਦਾ ਅਸਰ, ਭਾਵ गुरबाणी की व्याख्या, गुरबाणी का ज्ञान साझा करोगे तो सारिया संगतां लाहा लै सकणगियां। मन चित बुद्ध नूं इकागर करो, होने वाले विचार नूं ध्यान नाल सरवण करो भाई। मृग तृष्णा गंधर्व नगरं, द्रुम छाया रच दुरमित है। भैड़ी बुद्धि वाला बंदा ठग नीरे नूं, हवाई किले नूं ਅਤੇ ਰੁੱਖ ਦੀ ਛਾਂ ਨੂੰ ਸਹੀ ਮੰਨ ਲੈਂਦਾ ਹੈ। ਜਿਹਦੀ ਮੱਤ ਛੋਟੀ ਹੈ ਉਹ ਗੁਰਬਾਣੀ ਦਾ ਅਸਰ ਨਹੀਂ ਕਬੂਲਦਾ, ਮਹਾਂਪੁਰਖਾਂ ਦੇ ਪ੍ਰਵਚਨਾਂ ਨੂੰ ਸੱਤ ਨਹੀਂ ਮੰਨਦਾ। ਉਹ ਇਹ ਜੋ ਜੀਵ ਹੰਕਾਰ ਵਿੱਚ ਤੁਰਿਆ ਫਿਰਦਾ ਹੈ, ਇਹ ਜੋ ਝੂਠੀਆਂ ਵਸਤੂਆਂ ਹਨ, ਇਹਨਾਂ ਦੇ ਨਾਲ ਅੰਤਾਂ ਦਾ ਮੋਹ ਪਾਈ ਬੈਠਾ ਹੈ। ਮੰਦੀ ਅਕਲ ਦੇ ਕਾਰਨ, ਘਟੀਆ ਸੋਚ ਦੇ ਕਾਰਨ ਇਹ ਜੀਵ ਦਿਖਣ ਵਾਲੀਆਂ ਚੀਜ਼ਾਂ ਜੋ ਧੋਖਾ ਦੇ ਰਹੀਆਂ ਹਨ ਉਹਨਾਂ ਦੇ ਮਗਰ ਲੱਗ ਰਿਹਾ ਹੈ। ਜਿਵੇਂ ਹਰ ਚੰਦੌਰੀ ਕਹਿ ਲਓ, ਬ੍ਰਿਸ਼ ਦੀ ਛਾਂ ਕਹਿ ਲਓ,
ਇਹਨਾਂ ਵਸਤੂਆਂ ਨੂੰ ਤਾਂ ਮੰਨਦਾ ਸਹੀ, ਜਿਸ ਨਾਮ ਨੇ ਸਦੀਵ ਕਾਲ ਇਸ ਸੰਸਾਰ ਤੇ ਰਹਿਣਾ ਹੈ। ਜਦੋਂ ਕੋਈ ਵੀ ਨਹੀਂ ਸੀ, ਉਦੋਂ ਵੀ ਵਾਹਿਗੁਰੂ ਜੀ ਸੱਚ ਸਨ। ਜਦੋਂ ਯੁੱਗਾਂ ਦੀ ਪ੍ਰਾਰੰਭਤਾ ਹੋ ਗਈ, ਉਦੋਂ ਵੀ ਵਾਹਿਗੁਰੂ ਜੀ ਸੱਚ ਹਨ। ਜਦੋਂ ਇਹ ਸਭ ਕੁਛ ਡਿਸਟਰੋਏ ਹੋ ਜਾਏਗਾ, ਬਰਨ ਹੋ ਜਾਏਗਾ, ਫਿਰ ਵੀ ਪਰਿਪੂਰਨ ਪਰਮੇਸ਼ਰ ਤਾਂ ਸੱਤ ਹੀ ਰਹਿਣਗੇ ਨਾ, ਕਿਉਂਕਿ ਸਤਿਗੁਰਾਂ ਨੇ ਗੁਰਬਾਣੀ ਦੀ ਪ੍ਰਾਰੰਭਤਾ 'ਚ ਫਰਮਾਨ ਕਰ ਦਿੱਤਾ ਹੋਇਆ ਹੈ, ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਪਹਿਲਾਂ ਹੀ ਗਿਆਨ ਕਰਵਾ ਦਿੱਤਾ ਹੋਇਆ ਹੈ। ਪਰ ਇਹ ਜੀਵ ਦਾ ਕੀ ਕੀਤਾ ਜਾਏ? ਦਿਸਣ ਵਾਲੀਆਂ, ਮਨ ਮੋਹਣ ਵਾਲੀਆਂ ਵਸਤੂਆਂ ਨੂੰ ਤਾਂ ਸੱਚ ਮੰਨੀ ਬੈਠਾ ਹੈ, ਔਰ ਜਿਹੜੀ ਵਸਤੂ ਨੇ ਨਾਲ ਜਾਣਾ ਹੈ, ਸਦੀਵ ਕਾਲ ਸਾਥ ਦੇਣਾ ਹੈ, ਉਹਨਾਂ ਵਸਤੂਆਂ ਨੂੰ ਭਾਵ ਕੇ ਨਾਮ ਸਿਮਰਨ ਨੂੰ ਪੱਲੇ ਨਹੀਂ ਬਣਦਾ। ਕੀ ਫਰਮਾਨ ਕੀਤਾ ਜਾ ਰਿਹਾ ਹੈ? ਸਾਧ ਸੰਗਤ ਸਤਿਗੁਰੂ ਫਰਮਾਉਂਦੇ ਹਨ, ਤਤ ਹੈ ਕੁਟੰਬ ਮੋਹ ਮਿਥਿਆ, ਸਿਮਰੰਤ ਨਾਨਕ ਰਾਮ ਰਾਮ ਨਾਮ ਹੈ। ਉਸੇ ਤਰ੍ਹਾਂ ਨਾਸ਼ਵੰਤ ਕੁਟੰਬ ਦਾ ਮੋਹ ਹੈ। ਸੱਚੇ ਪਾਤਸ਼ਾਹ ਕਹਿੰਦੇ ਨੇ, ਇਸ ਨੂੰ ਤਿਆਗ ਕੇ ਸੰਤ ਜਨਾਂ ਦੀ ਸੰਗਤ ਵਿੱਚ ਆ ਜਾ, ਕਿਉਂਕਿ ਇਹ ਜੋ ਸੰਸਾਰ ਹੈ ਸਾਨੂੰ ਬੜਾ ਮਿੱਠਾ ਲੱਗਦਾ ਹੈ, ਸਾਨੂੰ ਬੜਾ ਪਿਆਰਾ ਲੱਗਦਾ ਹੈ। ਜਿਉਂ-ਜਿਉਂ ਇਹਦੇ ਨਾਲ ਅਸੀਂ ਮੋਹ ਪਾਉਂਦੇ ਜਾਵਾਂਗੇ, ਜਿਉਂ-ਜਿਉਂ ਇਹਦੇ ਨਾਲ ਅਸੀਂ ਤਿਉ ਕਰਦੇ ਜਾਵਾਂਗੇ, ਤਿਉਂ-ਤਿਉਂ ਅਸੀਂ ਇਹਨਾਂ ਦੇ ਮੋਹ ਪਿਆਰ ਵਿੱਚ ਖਚਿਤ ਹੁੰਦੇ ਜਾਵਾਂਗੇ। ਜਿੰਨੀ ਦੇਰ ਤੱਕ ਅਸੀਂ ਵਰਲਡਲੀ ਅਟੈਚਮੈਂਟ ਦਾ ਤਿਆਗ ਕਰਕੇ ਵਾਹਿਗੁਰੂ ਜੀ ਦੇ ਵਾਲੇ ਪਾਸੇ ਨਹੀਂ ਲੱਗਾਂਗੇ, ਉਨੀ ਦੇਰ ਤੱਕ ਸਾਨੂੰ ਨਾਮ ਦਾ ਰਸ ਕਿਸ ਤਰ੍ਹਾਂ ਆ ਸਕਦਾ ਹੈ। ਫਰਮਾਨ ਕੀਤਾ, ਤਤ ਹੈ ਕੁਟੰਬ ਮੋਹ ਮਿਥਿਆ, ਸਿਮਰੰਤ ਨਾਨਕ ਰਾਮ ਰਾਮ ਨਾਮੈ। ਹੇ ਜੀਵ, ਤੂੰ ਆਪਣੇ ਪਰਿਵਾਰ ਦੇ ਵਾਸਤੇ, ਆਪਣੇ ਬੱਚਿਆਂ ਦੇ ਵਾਸਤੇ, ਆਪਣੇ ਕੁਟੰਬ ਦੇ ਵਾਸਤੇ, ਨੱਕ ਰੱਖਣ ਦੇ ਵਾਸਤੇ ਕਿੱਡੇ ਕਿੱਡੇ ਕੁਕਰਮਾਂ ਦੇ ਵਿੱਚ ਤੂੰ ਪ੍ਰਵਿਰਤ ਹੋ ਜਾਂਦਾ ਹੈ। ਜਿਸ ਨਾਮ ਨੇ, ਜਿਸ ਭਜਨ ਨੇ, ਜਿਸ ਸਿਮਰਨ ਨੇ ਅੰਤ ਕਾਲ ਤੇਰੀ ਸਹਾਇਤਾ ਕਰਨੀ ਹੈ, ਉਸ ਦਾ ਨਾਮ ਹੀ ਨਹੀਂ ਧਿਆਉਂਦਾ। ਸੁਖਮਨੀ ਸਾਹਿਬ ਆਪਾਂ ਸਾਰੇ ਪੜ੍ਹਦੇ ਹਾਂ। ਗੁਰੂ ਸਾਹਿਬ ਸਾਨੂੰ ਕੀ ਗਿਆਨ ਕਰਵਾਉਂਦੇ ਹਨ? ਸਤਿਗੁਰੂ ਕਹਿੰਦੇ ਹਨ, ਐ ਜੀਵ, ਜਹ ਮਾਤ ਪਿਤਾ ਸੁਤ ਮੀਤ ਨ ਭਾਈ, ਮਨ ਊਹਾ ਨਾਮ ਤੇਰੇ ਸੰਗ ਸਹਾਈ। ਜੈ ਮਹਾ ਭਿਆਨ ਦੂਤ ਜਮ ਦਲੈ, ਤੈ ਕੇਵਲ ਨਾਮ ਸੰਗ ਤੇਰਾ ਚੱਲੈ। ਜੈ ਮੁਸ਼ਕਿਲ ਹੋਵੇ ਅਤ ਭਾਰੀ, ਹਰ ਕੋ ਨਾਮ ਖਿਨ ਮਾਹੇ ਉਧਾਰ। ਕਿਤਨੇ ਪ੍ਰਮਾਣ ਦਿੱਤੇ ਗਏ ਹਨ, ਪਰ ਇਹ ਜੀਵ ਦੇ ਕੰਨ ਤੇ ਜੂੰ ਤੱਕ ਨਹੀਂ ਸਰਕਦੇ। ਜਦੋਂ ਵੀ ਦੇਖੋ ਹੰਕਾਰ ਵਿੱਚ ਫਿਰਦਾ ਹੈ, ਆਪਣੇ ਸੋਹਣੇ ਹੋਣ ਦਾ ਮਾਣ ਕਰਦਾ ਹੈ, ਧਨ ਪਦਾਰਥ ਦਾ ਮਾਣ ਕਰਦਾ ਹੈ। ਕੀ ਕੀਤਾ ਜਾਵੇ? ਬਾਣੀ ਬਾਰ-ਬਾਰ ਸਮਝਾਉਂਦੀ ਹੈ, ਹਰ ਪ੍ਰੇਮ ਬਾਣੀ ਮਨ ਮਾਰਿਆ, ਅਣਿਆਲੇ ਅਣਿਆ ਰਾਮ ਰਾਜੀ। ਜਿਸ ਲਾਗੀ ਪੀਰ ਪਿਰਮ ਕੀ ਸੋ ਜਾਣੇ ਜਰੀਆ, ਜੀਵਨ ਮੁਕਤ ਸੋ ਆਖੀਐ ਮਰ ਜੀਵੇ ਮਰੀਆ। ਜਨ ਨਾਨਕ ਸਤਿਗੁਰ ਮੇਲ ਹਰ, ਜਗ ਦੁੱਤਰ ਤਰੀਆ। ਜੀਵ ਤੇ ਬੜੀਆਂ ਚੋਟਾਂ ਪੈਂਦੀਆਂ ਹਨ, ਬੜੀਆਂ ਮਾਰਾਂ ਪੈਂਦੀਆਂ ਹਨ ਕਿ ਐ ਜੀਵ ਸਿਮਰੰਤ ਨਾਨਕ ਰਾਮ ਰਾਮ ਨਾਮੈ। ਇਹ ਝੂਠੇ ਮੋਹ ਦਾ ਤਿਆਗ ਕਰਦੇ, ਰਾਮ ਸਿਮਰ ਪਛਤਾਹੇਗਾ ਮਨ। ਪਾਪੀ ਜੀਅਰਾ ਲੋਭ ਕਰਤ ਹੈ, ਆਜ ਕਾਲ ਉੱਠ ਜਾਹੇਗਾ। ਲਾਲਚ ਲਾਗੇ ਜਨਮ ਗਵਾਇਆ, ਮਾਇਆ ਭਰਮ ਭੁਲਾਹੇਗਾ। ਜੋ ਜਮ ਆਏ ਕੇਸ ਗਏ ਪਟਕੈ, ਤੋ ਦਿਨ ਕਿਛ ਨਾ ਬਸਾਹੇਗਾ। ਸਿਮਰਨ ਭਜਨ ਦਇਆ ਨਹੀਂ ਕੀਨੀ, ਤੋ ਮੁਖ ਚੋਟਾਂ ਖਾਹੇਗਾ। ਬੜੀਆਂ ਮਾਰਾਂ ਪੈਣੀਆਂ, ਬੜੀਆਂ ਚੋਟਾਂ ਪੈਣੀਆਂ, ਤੈਨੂੰ ਕੋਈ ਬਚਾ ਨਹੀਂ ਸਕਦਾ। ਇਸ ਕਰਕੇ ਇਸ ਸ਼ਲੋਕ ਦਾ ਇਹ ਮੋਰਲ, ਇਹ ਸੈਂਟਰਲ ਆਈਡੀਆ ਇਹ ਬਣਦਾ ਹੈ ਕਿ ਮ੍ਰਿਗ ਤ੍ਰਿਸ਼ਨਾ ਗੰਧਰਵ ਨਗਰੰ ਦ੍ਰੁਮ ਛਾਇਆ, ਰਚ ਦੁਰਮਿਤ ਹੈ। ਐ ਜੀਵ, ਇਹ ਜਿਹੜੀਆਂ ਵਸਤੂਆਂ ਤੈਨੂੰ ਵਾਹਿਗੁਰੂ ਜੀ ਦੇ ਨਾਮ ਤੋਂ ਦੂਰ ਕਰ ਰਹੀਆਂ ਹਨ, ਇਹਨਾਂ ਤੋਂ ਬਚ ਔਰ ਤੂੰ ਨਾਮ ਵਾਲੇ ਪਾਸੇ ਪ੍ਰਵਿਰਤ ਹੋ।
ਭਜਨ ਵਾਲੇ ਪਾਸੇ ਲੱਗ, ਪਰਿਵਾਰ ਦੇ ਮੋਹ ਦਾ ਤਿਆਗ ਕਰ ਦੇ। ਇਹ ਜੀਵ ਪਤਾ ਪਰਿਵਾਰ ਨਾਲ ਕਿੰਨਾ ਪਿਆਰ ਕਰਦਾ ਹੈ। ਇੱਕ ਦਿਨ ਇੱਕ ਅਮੀਰ ਬੰਦਾ, ਇੱਕ ਸੇਠ ਸ਼ਾਹੂਕਾਰ ਧਨੀ ਆਦਮੀ ਆਪਣੇ ਧਨ ਪਦਾਰਥ ਨੂੰ ਇਕੱਤਰਿਤ ਕਰਨ ਵਾਲੇ ਨੂੰ, ਖਜ਼ਾਨਚੀ ਨੂੰ ਇਕੱਤਰਿਤ ਕਰਨ ਵਾਲੇ ਨੂੰ ਕੋਲ ਬੁਲਾ ਕੇ ਪੁੱਛਦਾ ਹੈ, ਐ ਖਜ਼ਾਨਚੀ, ਕਿਰਪਾ ਕਰਕੇ ਦੱਸ ਆਪਣੇ ਪਾਸ ਕਿਤਨਾ ਕੁ ਧਨ ਪਦਾਰਥ ਹੈ। ਉਹ ਬੜੀ ਲਗਨ ਦੇ ਨਾਲ ਗਿਣਦਾ ਹੈ, ਬਹੁਤ ਮਿਹਨਤ ਦੇ ਨਾਲ ਪੈਸੇ ਦੀ ਗਿਣਤੀ ਕਰਕੇ ਦੱਸਦਾ ਹੈ ਔਰ ਮਾਲਕ ਨੂੰ ਦੱਸਦਾ ਹੈ, ਐ ਮਾਲਿਕ, ਆਪਣੇ ਪਾਸ ਇਤਨਾ ਧਨ ਪਦਾਰਥ ਹੈ, ਆਪਣੀਆਂ 7 ਪੁਸਤਾਂ ਬਹਿ ਕੇ ਖਾ ਸਕਦੀਆਂ ਹਨ। 7 ਜਿਹੜੀਆਂ ਅੱਗੇ ਜਨਰੇਸ਼ਨਸ ਆਉਣੀਆਂ ਹਨ, ਉਹਨਾਂ ਨੂੰ ਕੰਮ ਕਰਨ ਦੀ ਜ਼ਰੂਰਤ ਨਹੀਂ ਹੈ, ਖਾਈ ਜਾਣ, ਮਕਾਈ ਜਾਣ, 7 ਪੁਸਤਾਂ ਤੱਕ ਪੈਸਾ ਨਹੀਂ ਮੁੱਕੇਗਾ। ਅਮੀਰ ਆਦਮੀ ਭੁੱਬਾ ਮਾਰ ਕੇ ਰੋ ਪਿਆ, ਬੈਰਾਗ ਵਿੱਚ ਆ ਗਿਆ, ਦਹਥੜੇ ਮਾਰਦਾ ਹੈ। ਖਜ਼ਾਨਚੀ ਪੁੱਛਦਾ ਹੈ, ਐ ਮਾਲਿਕ, ਤੁਸੀਂ ਇਤਨਾ ਬੈਰਾਗ ਕਿਉਂ ਕਰਦੇ ਹੋ? ਤੁਹਾਡਾ ਮਨ ਇਤਨਾ ਵੈਰਾਗੀ ਕਿਉਂ? ਭੁੱਬ ਮਾਰ ਕੇ ਕਹਿਣ ਲੱਗਿਆ, ਐ ਖਜ਼ਾਨਚੀ, ਮੇਤੋਂ ਸਿਰਫ ਇੰਨਾ ਕੀ ਪੈਸਾ ਕਮਾਇਆ ਗਿਆ ਕਿ ਮੇਰੀਆਂ ਸਿਰਫ 7 ਹੀ ਪੁਸਤਾਂ ਖਾ ਸਕਦੀਆਂ ਹਨ, 8ਵੀਂ ਪੁਸਤ ਮੇਰੀ ਕੀ ਖਾਏਗੀ? ਬੰਦੇ ਦਾ, ਇਸ ਜੀਵ ਦਾ, ਇਸ ਹਿਊਮਨ ਬੀਇੰਗ ਦਾ ਇਤਨਾ ਜ਼ਿਆਦਾ ਮਨ ਲਾਲਚੀ ਹੈ ਕਿ ਮੇਤੋਂ ਆਉਣ ਵਾਲੀਆਂ ਜਨਰੇਸ਼ਨਾਂ ਕੋਈ ਕਮਾਈ ਨਾ ਕਰਨ, ਮੈਂ ਹੀ ਇੰਨਾ ਪੈਸਾ ਕਮਾ ਕੇ ਇਕੱਠਾ ਕਰ ਦੇਵਾਂ ਕਿ ਮੇਰੀਆਂ ਆਉਣ ਵਾਲੀਆਂ ਜਨਰੇਸ਼ਨਸ ਬਹਿ ਕੇ ਖਾਣ। ਅੱਜ ਸਾਧ ਸੰਗਤ ਕਾਰੂ ਬਾਦਸ਼ਾਹ, ਜਿਸ ਦਾ ਨਾਮ ਨਾਨਕ ਚਮਤਕਾਰ ਵਿੱਚ ਵੀ ਆਉਂਦਾ ਹੈ ਔਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਤਿਹਾਸ ਵਿੱਚ ਬੜੀ ਵਾਰ ਆਉਂਦਾ ਹੈ। ਕਾਰੂ ਬਾਦਸ਼ਾਹ ਇਤਨਾ ਅਮੀਰ ਸੀ ਜਿਹਦੇ ਘਰ ਦੇ ਉੱਤੇ 7 ਝੰਡੇ ਝੂਲ ਰਹੇ ਸਨ। ਉਸਨੇ 7 ਝੰਡੇ, 4 ਝੰਡੇ ਝੂਲ ਰਹੇ ਸਨ। ਉਸਦੇ ਪਾਸ 4 ਗੰਜ ਪਹਿਲਾਂ ਜੋੜੇ ਹੋਏ ਸਨ। ਇਤਨਾ ਲਾਲਚੀ ਹੋ ਗਿਆ ਕਿ ਉਸਨੇ 7 ਗੰਜ ਜੋੜ ਲਏ। ਉਹਦੇ ਮਹਿਲ ਦੇ ਉੱਤੇ 7 ਝੰਡੀਆਂ ਝੂਲ ਰਹੀਆਂ ਸਨ। ਕਿਵੇਂ ਇਕੱਠਾ ਕੀਤਾ ਪੈਸਾ? ਕਿੰਨਾ ਲਾਲਚੀ ਸੀ। ਸਾਰੀ ਪ੍ਰਜਾ ਤੋਂ, ਜਿਵੇਂ ਅੱਜ ਕੱਲ ਮੋਦੀ ਸਰਕਾਰ ਬਾਰੇ ਅਸੀਂ ਗੱਲ ਕਰਦੇ ਹਾਂ, ਜਿਵੇਂ ਉਸਨੇ ਜ਼ਿਮੀਂਦਾਰਾਂ ਦੇ ਸਾਰੇ ਹੱਕ ਲੈਣ ਦੇ ਵਾਸਤੇ, ਜ਼ਮੀਨਾਂ ਹਥਿਆਉਣ ਦੇ ਵਾਸਤੇ ਕਿੰਨਾ ਅਤਿਆਚਾਰ ਕਰ ਰਿਹਾ ਹੈ। ਕਿਤਨੇ ਬਜ਼ੁਰਗ, ਕਿਤਨੀਆਂ ਬੀਬੀਆਂ ਕਿਵੇਂ ਦਿੱਲੀ ਦੀ ਧਰਤੀ ਦੇ ਉੱਤੇ ਅਸੀਂ ਦੇਖਿਆ ਸਾਧ ਸੰਗਤ, ਕਿਵੇਂ ਤੰਬੂ ਲਾ ਕੇ ਉੱਥੇ ਬੈਠੇ ਹਨ ਧਰਨੇ ਤੇ, ਕਿਸਾਨ ਅੰਦੋਲਨ ਤੇ, ਕਿਸਾਨ ਮਜ਼ਦੂਰ ਏਕਤਾ ਇਕੱਤਰਤ ਹੋ ਕਰਕੇ, ਪਰ ਉਹਦੀ ਸਿਹਤ ਤੇ ਕੋਈ ਅਸਰ ਹੀ ਨਹੀਂ ਹੋ ਰਿਹਾ। ਕਿਵੇਂ ਮਿਹਨਤ ਕਰਦੇ ਹਨ ਆਪਣੇ ਹੱਕ ਲੈਣ ਵਾਸਤੇ। ਇਵੇਂ ਕਿਵੇਂ ਦੇ ਬਾਦਸ਼ਾਹ ਸੀ ਕਾਰੂ ਬਾਦਸ਼ਾਹ। ਐਸਾ ਉਸਨੇ ਸਾਰੀ ਪ੍ਰਜਾ ਤੋਂ ਪੈਸਾ ਖੋਹ ਲਿਆ ਹੋਇਆ ਸੀ, ਆਪਣੇ ਪਾਸ ਹਥਿਆਰ ਲਿਆ ਹੋਇਆ ਸੀ। ਅੱਜ ਉਹਦੇ ਮਨ ਦੇ ਵਿੱਚ ਸੰਕਲਪ ਆਇਆ ਕਿ ਮੈਨੂੰ ਇਉਂ ਪ੍ਰਤੀਤ ਹੁੰਦਾ ਹੈ ਕਿ ਮੇਰੀ ਪ੍ਰਜਾ ਪਾਸ ਪੈਸਾ ਹੈ ਹਜੇ, ਉਹ ਪੈਸਾ ਮੈਂ ਕਿਵੇਂ ਕੱਢਾਂ ਉਹਨਾਂ ਦੇ ਕੋਲੋਂ, ਕਿਹੜਾ ਤਰੀਕਾ ਵਰਤਾਂ ਕਿ ਮੈਂ ਉਹਨਾਂ ਤੋਂ ਪੈਸਾ ਲੈ ਲਵਾਂ। ਉਸਨੇ ਹੁਕਮ ਸੁਣਾ ਦਿੱਤਾ। ਹੁਕਮ ਕੈਸਾ ਸੁਣਾਇਆ ਕਿ ਮੈਂ ਆਪਦੀ ਬੇਟੀ ਦਾ ਵਿਆਹ ਉਸ ਲੜਕੇ ਦੇ ਨਾਲ ਕਰਾਂਗਾ ਜਿਹੜਾ ਲੜਕਾ ਇੱਕ ਸੋਨੇ ਦੀ ਮੋਹਰ ਲੈ ਕੇ ਆ ਜਾਵੇਗਾ। ਇੱਕ ਲੜਕਾ ਅੰਤਾਂ ਦਾ ਗਰੀਬ, ਸਾਰੀ ਪ੍ਰਜਾ ਹੀ ਗਰੀਬ ਸੀ। ਅੰਤਾਂ ਦਾ ਗਰੀਬ ਹੈ, ਆਪਣੀ ਮਾਤਾ ਦੇ ਪਾਸ ਜਾਂਦਾ ਹੈ ਔਰ ਜਾ ਕਰਕੇ ਬੇਨਤੀ ਕਰਦਾ, ਐ ਮਾਂ, ਕਿਰਪਾ ਕਰਕੇ ਮੈਨੂੰ ਇੱਕ ਸੋਨੇ ਦੀ ਮੋਹਰ ਜਿੱਥੋਂ ਮਰਜ਼ੀ ਦੇ, ਮੈਂ ਕਾਰੂ ਬਾਦਸ਼ਾਹ ਦੀ ਬੇਟੀ ਦੇ ਨਾਲ ਸ਼ਾਦੀ ਕਰਨੀ ਮੰਗਦਾ। ਮਾਂ ਕਹਿਣ ਲੱਗੀ, ਬੇਟਾ ਆਪਣੇ ਪਾਸ ਪੈਸਾ ਕਿੱਥੇ? ਉਹ ਬਹੁਤ ਨੀਚ ਅਤੇ ਘਟੀਆ ਸੋਚ ਦਾ ਮਾਲਕ ਹੈ। ਜੇ ਅੱਜ ਉਸਨੇ ਇਹ ਕਹਿਣਾ ਕੀਤਾ ਹੈ ਕਿ ਮੈਂ ਆਪਣੀ ਬੇਟੀ ਦਾ ਵਿਆਹ ਕਰਾਂਗਾ, ਇਹਦੇ ਪਿੱਛੇ ਬੜੀ ਖਤਰਨਾਕ ਚਾਲ ਹੋਵੇਗੀ। ਤੂੰ ਸਮਝ ਮੇਰੇ ਲਾਲ, ਤੂੰ ਸਮਝਦਾ ਕਿਉਂ ਨਹੀਂ ਇਸ ਗੱਲ ਨੂੰ? ਮਾਂ ਬੜੇ ਪ੍ਰੇਮ ਨਾਲ ਸਮਝਾਉਂਦੀ ਹੈ, ਪਰ ਸਾਧ ਸੰਗਤ, ਜਦੋਂ ਇਸ ਜੀਵ ਦੇ ਦਿਮਾਗ ਦੇ ਉੱਤੇ ਕਾਮ ਭਾਰੂ ਹੋ ਜਾਂਦਾ ਹੈ, ਫਿਰ ਇਹ ਜੀਵ ਸਮਝਦਾ ਨਹੀਂ ਕੀ ਚੰਗਾ ਹੈ, ਕੀ ਮਾੜਾ ਹੈ। ਮਨ ਦੀ ਮਰਜ਼ੀ ਕਰਦਾ ਹੈ। ਮਨ
ਬਹੁਤੀ ਵਾਰੀ ਇਸ ਜੀਵ ਨੂੰ ਗਲਤ ਪਾਸੇ ਪ੍ਰੇਰਨਾ ਦੇ ਦਿਆ ਕਰਦਾ ਹੈ ਸਾਧ ਸੰਗਤ। ਇਹ ਮਨ ਬੜਾ ਵਿਗੜਿਆ ਹੋਇਆ ਹੈ। ਇਸ ਮਨ ਦੇ ਪਿੱਛੇ ਲੱਗਣਾ ਨਹੀਂ ਚਾਹੀਦਾ, ਕਿਉਂਕਿ ਵਿਦਵਾਨ ਸੱਜਣ ਦੱਸਦੇ ਹਨ, ਮਨ ਕੇ ਮਤੇ ਨ ਚਾਲੀਐ, ਮਨ ਕੇ ਮਤੇ ਅਨੇਕ, ਮਨ ਕੇ ਮਾਰੇ ਮਰ ਗਏ, ਕਾਜੀ ਮੁੱਲਾ ਸੇਖ। ਸਾਧ ਸੰਗਤ ਇਸ ਕਰਕੇ ਮਨ ਦੇ ਮਗਰ ਸਾਨੂੰ ਲੱਗਣਾ ਨਹੀਂ ਚਾਹੀਦਾ। ਮਨ ਬੜਿਆ ਵਿਗੜਿਆ ਹੋਇਆ ਹੈ। ਜਿਹੜੇ ਜੀਵ ਮਨ ਦੇ ਮਗਰ ਚੱਲਦੇ ਹਨ ਉਹਨਾਂ ਨੂੰ ਬੜਾ ਭਾਰੀ ਨੁਕਸਾਨ ਹੁੰਦਾ ਹੈ, ਬੜਾ ਭਾਰੀ ਘਾਟਾ ਪੈਂਦਾ ਹੈ। ਹੁਣ ਇਹ ਬੱਚਾ ਸਾਧ ਸੰਗਤ, ਇਹ ਬੱਚਾ ਜਦੋਂ ਨਾ ਮੰਨਿਆ ਮਾਂ ਦੀ ਗੱਲ, ਮਾਂ ਦੇ ਨਾਲ ਜਿੱਦ ਕਰਦਾ ਹੈ, ਮਾਂ ਦੇ ਸਮਝਾਉਣ ਤੇ ਵੀ ਨਾ ਮੰਨਿਆ ਕਿ ਮੈਨੂੰ 1 ਰੁਪਈਆ ਜਾਂ 1 ਸੋਨੇ ਦੀ ਮੋਹਰ ਚਾਹੀਦੀ ਹੈ, ਕਿਰਪਾ ਕਰ, ਜਿਵੇਂ ਮਰਜੀ ਜਿੱਥੋਂ ਮਰਜੀ ਇੰਤਜ਼ਾਮ ਕਰ, ਮੈਂ ਰਾਜੇ ਦੀ ਭਾਵ ਕਾਰੂੰ ਬਾਦਸ਼ਾਹ ਦੀ ਬੇਟੀ ਦੇ ਨਾਲ ਮੈਂ ਸ਼ਾਦੀ ਕਰਾਉਣੀ ਚਾਹੁੰਦਾ ਹਾਂ। ਜਦੋਂ ਇਸਨੇ ਕਹਿਣਾ ਕੀਤਾ ਸਾਧ ਸੰਗਤ ਬਾਰ-ਬਾਰ, ਤਾਂ ਇਸ ਦੀ ਮਾਂ ਨੇ ਸਮਝਾਇਆ, ਬੇਟਾ ਜਿਸ ਦਿਨ ਤੇਰਾ ਪਿਤਾ ਚੜ੍ਹਾਈ ਕੀਤਾ ਸੀ ਨਾ, ਉਸ ਦਿਨ ਉਹਦੇ ਮੁਖ ਦੇ ਵਿੱਚ 1 ਸੋਨੇ ਦੀ ਮੋਹਰ ਪਾ ਕੇ ਉਹਦਾ ਸੰਸਕਾਰ ਕੀਤਾ ਗਿਆ ਸੀ। ਜੇ ਤੂੰ ਹੁਣ ਮੰਨਦਾ ਹੀ ਨਹੀਂ, ਜੇ ਤੂੰ ਜਿੱਦ ਦਾ ਤਿਆਗ ਨਹੀਂ ਕਰਦਾ, ਤਾਂ ਮੇਰੀ ਗੱਲ ਸੁਣ, ਜਿੱਥੇ ਤੇਰੇ ਪਿਤਾ ਦੀ ਸਰੀਰ ਨੂੰ ਦਫਨਾਇਆ ਸੀ ਨਾ, ਉਸ ਜਗ੍ਹਾ ਤੇ ਜਾ ਕੇ ਮਿੱਟੀ ਪੁੱਟ ਲੈ, ਉਹਦੇ ਮੁਖ ਵਾਲੀ ਥਾਂ ਤੇ ਤੈਨੂੰ ਸੋਨੇ ਦੀ ਮੋਹਰ ਮਿਲ ਜਾਏਗੀ। ਇਸ ਨੇ ਇਸੇ ਤਰ੍ਹਾਂ ਕਰਨਾ ਕੀਤਾ। ਉਸ ਜਗ੍ਹਾ ਤੇ ਜਾ ਕੇ ਸਾਧ ਸੰਗਤ ਮਿੱਟੀ ਪੁੱਟਣੀ ਸ਼ੁਰੂ ਕਰ ਦਿੱਤੀ ਜਿਸ ਥਾਂ ਤੇ ਇਸ ਦੇ ਪਿਤਾ ਨੂੰ ਦਫਨਾਇਆ ਗਿਆ ਸੀ। ਹੁਣ ਜਦੋਂ ਇਹ ਮਿੱਟੀ ਪੱਟਦਾ ਹੈ ਤਾਂ ਇਸ ਨੂੰ ਉਸ ਥਾਂ ਤੋਂ 1 ਸੋਨੇ ਦੀ ਮੋਹਰ ਪ੍ਰਾਪਤ ਹੋ ਜਾਇਆ ਕਰਦੀ ਹੈ। ਜਦੋਂ ਇਸ ਨੂੰ ਸੋਨੇ ਦੀ ਮੋਹਰ ਮਿਲ ਗਈ, ਮੋਹਰ ਲੈ ਕੇ ਸਾਧ ਸੰਗਤ ਰਾਜੇ ਕਾਰੂੰ ਬਾਦਸ਼ਾਹ ਦੇ ਪਾਸ ਚਲਿਆ ਜਾਂਦਾ ਹੈ ਔਰ ਜਾ ਕਰਕੇ ਕਹਿੰਦਾ ਹੈ, ਐ ਬਾਦਸ਼ਾਹ, ਮੈਂ ਤੇਰੇ ਵਾਸਤੇ 1 ਸੋਨੇ ਦੀ ਮੋਹਰ ਲੈ ਕੇ ਆਇਆ ਹਾਂ, ਲੈ ਮੇਰੇ ਤੋਂ ਸੋਨੇ ਦੀ ਮੋਹਰ ਲੈ ਅਤੇ ਆਪ ਦੀ ਬੇਟੀ ਦੇ ਨਾਲ ਮੇਰੀ ਸ਼ਾਦੀ ਕਰਨਾ ਕਰ। ਜਦੋਂ ਇਸ ਤਰ੍ਹਾਂ ਦੇ ਨਾਲ ਉਹਨੇ ਕਹਿਣਾ ਕੀਤਾ, ਕਾਰੂ ਬਾਦਸ਼ਾਹ ਬੜਾ ਹੈਰਾਨ ਹੈ, ਇਹ ਕਿਵੇਂ ਹੋ ਸਕਦਾ ਹੈ? ਸਾਰੀ ਪ੍ਰਜਾ ਦੇ ਵਿੱਚੋਂ ਸਾਰਾ ਪੈਸਾ ਮੈਂ ਹਥਿਆ ਚੁੱਕਿਆ ਹਾਂ, ਇਹਦੇ ਪਾਸ ਪੈਸਾ ਕਿੱਥੋਂ ਆ ਗਿਆ? ਇਹਨਾਂ ਧਨ ਪਦਾਰਥ ਕਿੱਥੋਂ ਲੈ ਕੇ ਆ ਗਿਆ? ਭਾਵ 1 ਸੋਨੇ ਦੀ ਮੋਹਰ। ਇਹਦਾ ਮਤਲਬ ਮੇਰੀ ਪ੍ਰਜਾ ਦੇ ਵਿੱਚ ਸੋਨਾ ਹਜੇ ਪਿਆ ਹੈ। ਕਹਿਣ ਲੱਗਿਆ, ਹਾਂ ਵੀ ਲੜਕੇ, ਹਾਂ ਵੀ ਬਾਲਕੇ, ਕਿੱਥੋਂ ਲੈ ਕੇ ਆਏ ਸੋਨੇ ਦੀ ਮੋਹਰ? ਉਹ ਕਹਿਣ ਲੱਗਿਆ, ਜੀ ਇਹ ਤੁਸੀਂ ਛੱਡੋ, ਮੈਂ ਕਿੱਥੋਂ ਲੈ ਕੇ ਆਇਆ ਹਾਂ। ਤੁਸੀਂ ਮੇਰੀ ਇਹ ਬੇਨਤੀ ਮੰਨੋ ਕਿ ਤੁਸੀਂ ਆਪ ਦੀ ਬੇਟੀ ਦੇ ਨਾਲ ਮੇਰੀ ਸ਼ਾਦੀ ਕਰਨੀ ਚਾਹੁੰਦੇ ਹੋ। ਕਹਿੰਦੇ, ਸੋਨੇ ਦੀ ਮੋਹਰ ਇਹ ਤੋਂ ਖੋਲੋ, ਪੈਰਾਂ ਦੇ ਵਿੱਚ ਪਾ ਕੇ ਰੱਸਾ ਇਸ ਨੂੰ ਪੁੱਠਾ ਲਟਕਾ ਦਿਓ, ਪੁੱਠਾ ਲਟਕਾ ਦਿਓ। ਉਤਨੀ ਦੇਰ ਤੱਕ ਇਸ ਨੂੰ ਕੁੱਟੋ, ਮਾਰੋ, ਜਿਤਨੀ ਦੇਰ ਤੱਕ ਇਹ ਦੱਸ ਨਹੀਂ ਦਿੰਦਾ ਕਿ ਸੋਨੇ ਦੀ ਮੋਹਰ ਇਸਨੇ ਕਿਸ ਥਾਂ ਤੋਂ ਪ੍ਰਾਪਤ ਕੀਤੀ ਹੈ। ਉਸ ਗਰੀਬ ਬੱਚੇ ਨੂੰ ਕੁੱਟਿਆ ਗਿਆ, ਮਾਰਿਆ ਗਿਆ। ਸਾਧ ਸੰਗਤ ਐਸੀ ਮਾਰ ਮਾਰੀ ਗਈ ਉਸ ਬਾਲਕੇ ਨੂੰ, ਅੰਤਾਂ ਦੀ ਮਾਰ ਮਾਰੀ ਗਈ। ਆਖਰ ਨੂੰ ਬੱਚਾ ਮੰਨ ਗਿਆ। ਐਸਾ ਮੰਨਿਆ, ਉਸਨੇ ਦੱਸ ਦਿੱਤਾ ਕਿ ਮੈਂ ਇਹ ਸੋਨੇ ਦੀ ਮੋਹਰ ਜਿੱਥੇ ਮੇਰੇ ਪਿਤਾ ਜੀ ਨੂੰ ਦਫਨਾਇਆ ਗਿਆ ਸੀ, ਮੈਂ ਉਸ ਥਾਂ ਤੋਂ ਲੈ ਕੇ ਆਇਆ। ਮੇਰੀ ਮਾਂ ਨੇ ਦੱਸਿਆ ਸੀ ਕਿ ਆਪਣੇ ਰਿਵਾਜ ਇੱਕ ਮਰਿਆਦਾ ਹੈ, ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰਦਾ ਹੈ ਤਾਂ ਉਸਦੇ ਮੁਖ ਦੇ ਵਿੱਚ 1 ਸੋਨੇ ਦੀ ਮੋਹਰ ਪਾ ਦਿੱਤੀ ਜਾਂਦੀ ਹੈ। ਸੋਨੇ ਦੀ ਮੋਹਰ ਉਹਦੇ ਮੁਖ ਵਿੱਚ ਪਾ ਕੇ ਉਸ ਨੂੰ ਦਫਨਾਇਆ ਜਾਂਦਾ ਹੈ। ਐਵੇਂ ਕਿਵੇਂ ਫਿਰ ਇਹ ਸੋਨੇ ਦੀ ਮੋਹਰ ਮੈਂ ਉਹਦੇ ਮੁਖ ਵਾਲੀ ਥਾਂ ਤੋਂ ਕੱਢ ਕੇ ਲੈ ਕੇ ਆਇਆ ਹਾਂ? ਉਹਦਾ ਸਰੀਰ ਤਾਂ ਗਲ ਸੜ ਚੁੱਕਿਆ ਹੈ ਨਾ ਉਹਦਾ ਮੂੰਹ ਦਾ ਪਤਾ, ਨਾ ਉਹਦੇ ਸਰੀਰ ਦਾ ਪਤਾ। ਇਸ ਤਰ੍ਹਾਂ ਜਿੱਥੋਂ ਕੋ ਉਹਦਾ ਮੂੰਹ ਮੈਨੂੰ ਮੇਰੀ ਮਾਂ ਨੇ ਦੱਸਿਆ ਸੀ, ਮੈਂ ਪੱਟ ਕੇ ਉਸ ਥਾਂ ਤੋਂ ਸੋਨੇ ਦੀ ਮੋਹਰ ਨਿਕਾਲ ਕੇ ਲੈ ਕੇ ਆਇਆ ਹਾਂ। ਇਸ ਬੱਚੇ ਨੂੰ ਤਾਂ ਪੁੱਠਾ ਲਟਕਾ ਦਿੱਤਾ, ਸਜ਼ਾ ਸਖਤ ਦਿੱਤੀ ਗਈ। ਤੇ ਹੁਣ ਇਹਨੇ ਹੁਕਮ ਸੁਣਾਤਾ ਕਾਰੂ ਬਾਦਸ਼ਾਹ ਨੇ, ਜਿੱਥੇ ਜਿੱਥੇ ਵੀ ਕਬਰਸਤਾਨ ਨੇ
ਸਾਰੇ ਦੇ ਸਾਰੇ ਕਬਰਸਤਾਨ ਪੁੱਟ ਦਿਓ। ਜਿੱਥੇ ਜਿੱਥੇ ਵੀ ਕਬਰਾਂ ਦੇ ਵਿੱਚ ਲਾਸ਼ਾਂ ਨੇ ਉਹ ਜਗ੍ਹਾ ਪੁੱਟ ਦਿਓ। ਔਰ ਜਗ੍ਹਾ ਪੁੱਟ ਕੇ ਜਿੱਥੇ ਜਿੱਥੇ ਉਹਨੇ ਦੱਸਿਆ ਸੋਨੇ ਦੀਆਂ ਮੋਹਰਾਂ ਪਈਆਂ ਨੇ, ਸਾਰਿਆਂ ਦੀਆਂ ਸੋਨੇ ਦੀਆਂ ਮੋਹਰਾਂ ਕੱਢ ਕੇ ਮੇਰੇ ਪਾਸ ਲੈ ਕੇ ਆਓ। ਉਹਦੇ ਪਾਸ ਸਨ 4 ਗੰਜ। ਪਰ ਸਾਧ ਸੰਗਤ ਜਦੋਂ ਉਸਨੇ ਮੁਰਦਿਆਂ ਦੇ ਮੁਖ ਦੇ ਵਿੱਚੋਂ ਪੈਸਾ ਕਢਵਾ ਲਿਆ, ਸੋਨੇ ਦੀਆਂ ਮੋਹਰਾਂ ਕਢਵਾ ਲੀਆਂ, ਤਾਂ ਉਹਦੇ ਕੋਲ 7 ਗੰਜ ਹੋ ਗਏ। 7 ਗੰਜ ਦਾ ਮਤਲਬ ਕਿ ਇੱਕ ਖੂਹ ਭਰਿਆ ਹੋਇਆ ਮੋਹਰਾਂ ਦਾ। ਇੰਨੀ ਜ਼ਿਆਦਾ ਉਹਦੇ ਪਾਸ ਧਨ ਦੌਲਤ ਉਸ ਨੂੰ ਪ੍ਰਾਪਤ ਹੋ ਗਈ ਸੀ। ਕਹਿਣ ਤੋਂ ਭਾਵ ਕਿ ਇਹ ਜੀਵ ਰੱਜਦਾ ਨਹੀਂ। ਤਤੈ ਕੁਟੰਬ ਮੋਹ ਮਿਥਿਆ ਸਿਮਰੰਤ ਨਾਨਕ ਰਾਮ ਰਾਮ ਨਾਮੈ। ਸਮਝਾਇਆ ਬੜਾ ਜਾਂਦਾ ਹੈ ਇਸ ਜੀਵ ਨੂੰ, ਪਰ ਇਹ ਜੀਵ ਸਮਝਦਾ ਕਿੱਥੇ ਹੈ। ਕਿਤਨੀ ਵਾਰ ਕਿਹਾ ਜਾਂਦਾ ਹੈ ਕਿ ਵੇਦ ਸ਼ਾਸਤਰ ਕੂਕ ਕੇ ਪੁਕਾਰ ਕੇ ਕਹਿ ਰਹੇ ਹਨ, ਐ ਜੀਵ ਨਾਮ ਜਪ ਲੈ। ਮਾਨਸ ਜਨਮ ਦੁਲੰਭ ਹੈ, ਹੋਏ ਨਾ 12 ਬਾਰ। ਜੋ ਬਨ ਫਲ ਪਾ ਕੇ ਭੋਇੰਗ ਰਹਿ, ਬਹੁਰ ਨਾ ਲਾਗੇ ਡਾਰ। ਇਹ ਮੰਨਦਾ ਹੈ, ਇਹ ਸਮਝਦਾ ਕਿਤੇ। ਕਿਹਾ ਜਾਂਦਾ ਰਹਿਣ ਗਵਾਈ ਸੋਏ ਕਹਿ, ਦਿਵਸ ਗਵਾਇਆ ਖਾਏ। ਹੀਰੇ ਜੈਸਾ ਜਨਮ ਹੈ, ਕੌਡੀ ਬਦਲੇ ਜਾਏ। ਇਹ ਮੰਨਦਾ ਨਹੀਂ ਮੰਨਦਾ ਸਾਧ ਸੰਗਤ। ਬਾਦਸ਼ਾਹ ਵੀ ਨਾ ਮੰਨਿਆ, ਲੜਕੀ ਦਾ ਵਿਆਹ ਵੀ ਨਾ ਕੀਤਾ। ਅੱਜ ਕੀ ਹੋਇਆ? ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਲਯੁਗ ਦੇ ਅਵਤਾਰ ਸਾਹਿਬ ਸੱਚੇ ਪਾਤਸ਼ਾਹ ਸਾਥੀ ਬਾਲਾ ਤੇ ਮਰਦਾਨਾ ਨੂੰ ਲੈ ਕਰਕੇ ਦੁਨੀਆ ਦਾ ਭਲਾ ਕਰਦੇ ਕਰਦੇ ਜਦੋਂ ਬਾਦਸ਼ਾਹ ਕਾਰੂਨ ਦੇ ਰਾਜ ਦੇ ਵਿੱਚ ਪਹੁੰਚੇ ਹਨ, ਸੱਚੇ ਪਾਤਸ਼ਾਹ ਸਾਥੀ ਬਾਲਾ ਮਰਦਾਨਾ ਠੀਕਰੀਆਂ ਇਕੱਠੀਆਂ ਕਰ ਰਹੇ ਹਨ, ਸਟੋਨ ਇਕੱਠੇ ਕਰ ਰਹੇ ਹਨ, ਪੱਥਰ ਇਕੱਠੇ ਕਰ ਰਹੇ ਹਨ। ਹੁਣ ਜਦੋਂ ਇਕੱਠੇ ਕਰਦੇ ਬਾਦਸ਼ਾਹ ਕਾਰੂਨ ਕੋਲ ਆ ਗਿਆ, ਆ ਕੇ ਪੁੱਛਦਾ, ਐ ਫਕੀਰ ਲੋਕੋ, ਇਹ ਤੁਸੀਂ ਠੀਕਰੀਆਂ ਰੋਡ ਸਟੋਨ ਕਿਉਂ ਇਕੱਤਰਿਤ ਕਰ ਰਹੇ ਹੋ? ਇਹਨਾਂ ਦਾ ਕਿਆ ਕਰੋਗੇ? ਉਹ ਕਹਿਣ ਲੱਗੇ, ਜਦੋਂ ਅਸੀਂ ਮਰ ਗਏ ਨਾ, ਇਹ ਨਾਲ ਲੈ ਕੇ ਜਾਵਾਂਗੇ। ਇਹ ਜੋ ਸਟੋਨ ਅਸੀਂ ਪੱਥਰ ਇਕੱਠੇ ਕਰ ਰਹੇਗਾ, ਮਰਨ ਤੋਂ ਬਾਅਦ ਨਾਲ ਹੀ ਲੈ ਕੇ ਜਾਣੇ ਹਨ। ਉਹ ਕਹਿਣ ਲੱਗਿਆ, ਮਹਾਰਾਜ ਪੱਕੀ ਗੱਲ ਹੈ? ਕਹਿੰਦੇ ਹਾਂ। ਕਹਿੰਦੇ ਤੇਰੇ ਪਾਸ ਵੀ ਧਨ ਪਦਾਰਥ ਬਹੁਤ ਹੈ? ਕਹਿੰਦਾ ਹਾਂਜੀ। ਕਹਿੰਦੇ ਆ ਸਾਡੀ ਇੱਕ ਸੂਈ ਲੈ ਜਾ, ਜਦੋਂ ਅਸੀਂ ਮਰਾਂਗੇ ਤੂੰ ਵੀ ਮਰੇਂਗਾ, ਇਹ ਸੂਈ ਤੇ ਤੂੰ ਦਰਗਾਹ ਵਿੱਚ ਲਵਾਂਗੇ। ਕਹਿਣ ਲੱਗਾ, ਠੀਕ ਹੈ ਮਹਾਰਾਜ, ਲਿਆਓ ਸੂਈ, ਪਕੜਾ ਦਿਓ ਮੈਨੂੰ, ਮੈਂ ਤੁਹਾਨੂੰ ਦਰਗਾਹ 'ਚ ਦੇ ਦੂੰਗਾ। ਘਰੇ ਚਲੇ ਗਿਆ, ਜਾ ਕੇ ਘਰ ਵਾਲੀ ਨੂੰ ਕਹਿੰਦਾ, ਭਾਗਵਾਨੇ ਆ ਸੂਈ ਪਕੜ ਕੇ ਰੱਖ ਲੈ। ਆ ਮੈਨੂੰ ਫਕੀਰ ਲੋਕ ਮਿਲੇ ਸਨ, ਸੰਤ ਲੋਕ ਮਿਲੇ ਸਨ, ਉਹ ਮੈਨੂੰ ਕਹਿਣ ਲੱਗੇ ਸੂਈ ਸਾਂਭ ਕੇ ਰੱਖ ਲੈ, ਔਰ ਅਸੀਂ ਤੇ ਤੋਂ ਅਗਲੇ ਜਨਮ ਵਿੱਚ ਲਵਾਂਗੇ। ਘਰ ਵਾਲੀ ਕਹਿੰਦੀ, ਕੀ ਕਰਦੇ ਫਿਰਦੇ ਸੀ? ਕਹਿੰਦਾ, ਠੀਕਰੀਆਂ ਪੱਥਰ ਸਟੋਨ ਇਕੱਠੇ ਕਰ ਰਹੇ ਸਨ। ਕਹਿਣ ਲੱਗੀ, ਫਿਰ ਉਹਨਾਂ ਨੇ ਤੈਨੂੰ ਕੀ ਕੀ ਬਚਨ ਕੀਤਾ? ਕਹਿੰਦਾ, ਮੈਨੂੰ ਇੰਨੀ ਗੱਲ ਕਹੀ, ਅਸੀਂ ਇਕੱਠੇ ਕਰ ਰਹੇ ਹਾਂ, ਨਾਲ ਲੈ ਕੇ ਜਾਵਾਂਗੇ। ਤੂੰ ਆਹ ਸੂਈ ਲੈ ਜਾ, ਜਦੋਂ ਤੂੰ ਵੀ ਮਰ ਗਿਆ ਅਸੀਂ ਵੀ ਮਰ ਗਏ, ਅੱਗੇ ਦਰਗਾਹ ਵਿੱਚ ਤੇਰੇ ਤੋਂ ਲਵਾਂਗੇ। ਕਹਿੰਦੀ, ਬਾਦਸ਼ਾਹ ਸਾਹਿਬ ਉਹ ਕੋਈ ਆਮ ਫਕੀਰ ਨਹੀਂ ਸਨ, ਰੱਬ ਰੰਗੀਆਂ ਰੂਹਾਂ ਦਰਵੇਸ਼ ਸਨ। ਸੁੰਨ ਤੇ ਸਮਾਧ ਲੱਗੀ ਨਾਲ ਪਰਮਾਤਮਾ ਦੇ ਦੁਨੀਆ ਕੀ ਜਾਣੇ ਸਾਧੂ ਕਿੱਥੇ ਨੇ ਵਿਰਾਜਦੇ, ਐਸੇ ਫਕੀਰ ਸਨ ਉਹ। ਜਾਂ ਉਹਨਾਂ ਨੂੰ ਪੁੱਛ ਕੇ ਆ ਤੇ ਦੱਸ ਕੇ ਆ, ਮਹਾਰਾਜ ਇਹ ਸੂਈ ਦੀ ਗੱਲ ਕਰਦੇ ਹੋ, ਦਰਗਾਹ ਵਿੱਚ ਲੈਣ ਦੀ? ਨਾਲ ਤਾਂ ਸਰੀਰ ਵੀ ਨਹੀਂ ਜਾਣਾ, ਤੁਸੀਂ ਢੀਕਰੀਆਂ ਇਕੱਠੀਆਂ ਕਰਦੇ ਫਿਰਦੇ ਹੋ, ਇਹ ਨਾਲ ਕਿਵੇਂ ਜਾਣਗੀਆਂ? ਆ ਸੂਈ ਨਾਲ ਕਿਵੇਂ ਜਾਏਗੀ? ਤੂੰ ਬੇਨਤੀਆਂ ਕਰ, ਤੇਰੇ ਸਵਾਲਾਂ ਦੇ ਜਵਾਬ ਸਤਿਗੁਰੂ ਸੱਚੇ ਪਾਤਸ਼ਾਹ ਦੇਣਗੇ। ਜਦੋਂ ਇਸ ਤਰ੍ਹਾਂ ਦੇ ਨਾਲ ਸਾਧ ਸੰਗਤ ਬੇਨਤੀਆਂ ਹੋਈਆਂ, ਕਾਰੂ ਬਾਦਸ਼ਾਹ ਚਲਿਆ ਗਿਆ, ਜਾ ਕੇ ਫਕਰ ਫਕੀਰਾਂ ਨੂੰ ਲੱਭਿਆ, ਭਾਵ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਲੰਮਿਆਂ ਪੈ ਕੇ ਨਮਸਕਾਰ ਕੀਤੀ ਗਈ। ਬੜੇ ਪ੍ਰੇਮ ਨਾਲ ਬੇਨਤੀ ਕਰਦਾ, ਐ ਫਕੀਰ ਲੋਕੋ, ਐ ਸੰਤ ਲੋਕੋ, ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਨੀ ਚਾਹੁੰਦਾ ਹੈ ਕਿ ਤੁਸੀਂ ਕਹਿੰਦੇ ਸੀ ਦਰਗਾਹ ਵਿੱਚ ਅਸੀਂ ਤੇਰੇ ਤੋਂ ਆ ਸੂਈ ਲਵਾਂਗੇ, ਤੁਸੀਂ ਢੀਕਰੀਆਂ ਇਕੱਠੀਆਂ ਕਰ ਰਹੇ ਸੀ ਕਿ ਅਸੀਂ ਨਾਲ ਲੈ ਕੇ ਜਾਵਾਂਗੇ,
ਮੇਰੀ ਘਰਵਾਲੀ ਨੇ ਮੈਨੂੰ ਇਹ ਦੱਸਣਾ ਕੀਤਾ ਹੈ, ਨਾਲ ਤਾਂ ਸਰੀਰ ਵੀ ਨਹੀਂ ਜਾਣਾ। ਸੂਈ ਕਿੱਦਾਂ ਲੈ ਕੇ ਜਾਵਾਂਗੇ? ਇਹ ਸਰੀਰ, ਇਹ ਬਾਡੀ ਅਸੀਂ ਅਕਾਲ ਪੁਰਖ ਤੋਂ ਬੋਰੋ ਕਰਕੇ ਲੈ ਕੇ ਆਏ ਹੋਏ ਹਾਂ। ਕਾਦੇ ਵਾਸਤੇ? ਇਹ ਸਰੀਰ ਕਾਦੇ ਵਾਸਤੇ ਮਿਲਿਆ? ਏਮ ਆਫ ਲਾਈਫ ਮੀਟ ਟੂ ਗॉड। ਇਹ ਸਰੀਰ ਸਾਡਾ ਪਰਮੇਸ਼ਰ ਦੀ ਪ੍ਰਾਪਤੀ ਕਰਨ ਵਾਸਤੇ ਸਾਨੂੰ ਪ੍ਰਾਪਤ ਹੋਇਆ ਹੈ। ਮਹਾਰਾਜ ਜੀ, ਇਹ ਸਰੀਰ ਨੇ ਨਾਲ ਨਹੀਂ ਜਾਣਾ, ਇਹ ਸੂਈ ਨਾਲ ਕਿਵੇਂ ਚਲੀ ਜਾਏਗੀ? ਸਤਿਗੁਰੂ ਕਹਿਣ ਲੱਗੇ, ਐ ਬਾਦਸ਼ਾਹ, ਜਦੋਂ ਇੰਨੀ ਗੱਲ ਦਾ ਤੈਨੂੰ ਗਿਆਨ ਹੈ, ਇਹ ਸਰੀਰ ਨਾਲ ਨਹੀਂ ਜਾਣਾ, ਕਿਉਂ ਗਰੀਬਾਂ ਦਾ ਖੂਨ ਨਿਚੋੜ ਕੇ ਪੀਂਦਾ ਹੈ? ਕਿਉਂ ਗਰੀਬ ਲੋਕਾਂ ਦਾ ਪੈਸਾ ਇਕੱਠਾ ਕਰਦਾ ਹੈ? ਜਦੋਂ ਤੇਰੇ ਨਾਲ ਕੁਝ ਜਾਣਾ ਨਹੀਂ, ਫਿਰ ਤੂੰ ਇਸ ਪੈਸੇ ਦਾ ਤਿਆਗ ਕਿਉਂ ਨਹੀਂ ਕਰਦਾ? ਇਸ ਪੈਸੇ ਨੂੰ ਗਰੀਬ ਲੋਕਾਂ 'ਚ ਵੰਡਦਾ ਕਿਉਂ ਨਹੀਂ? ਸਾਧ ਸੰਗਤ ਆਪਾਂ ਵਿਚਾਰ ਕਰ ਰਹੇ ਹਾਂ। ਮ੍ਰਿਗ ਤ੍ਰਿਸ਼ਨਾ ਗੰਧਰਵ ਨਗਰੰ ਧਰਮ ਛਾਇਆ ਰਚ ਦੁਰਮਿਤ ਹੈ। ਐ ਜੀਵ, ਇਹ ਜੋ ਵਸਤੂਆਂ ਦਿਖ ਰਹੀਆਂ ਹਨ, ਇਹਨਾਂ ਨਾਲ ਤੂੰ ਪਿਆਰ ਪਾਈ ਜਾਂਦਾ ਹੈ। ਜਿਹੜੀਆਂ ਵਸਤੂਆਂ ਨੇ ਤੇਰੇ ਸਾਥ ਨਹੀਂ ਦੇਣਾ, ਇਹਨਾਂ ਵਸਤੂਆਂ ਦੇ ਨਾਲ ਅੰਤਾਂ ਦਾ ਪਿਆਰ ਪਾਉਣਾ ਹੈ। ਸਤਿਗੁਰੂ ਇੱਕ ਜਗ੍ਹਾ ਤੇ ਫਰਮਾਨ ਕਰਦੇ ਹਨ, ਤ੍ਰਿਸ਼ਨਾ ਵਿਰਲੇ ਹੀ ਕੀ ਬੁਝੀ ਗਏ, ਕਈ ਜੋੜੇ ਲੱਖ ਕਰੋੜੇ, ਮਨ ਨਾ ਗੋਰੇ, ਪਰੇ ਪਰੇ ਹੀ ਕੋ ਲੁਜੀ ਕੇ। ਸੁੰਦਰ ਨਾਰੀ ਅਨਕ ਪ੍ਰਕਾਰੀ, ਪਰ ਗ੍ਰਹਿ ਬੇਕਾਰੀ, ਬੁਰਾ ਭਲਾ ਨਹੀਂ ਸੁਝੀ ਗਏ। ਐ ਜੀਵ, ਤੈਨੂੰ ਪਾਪ ਪੁੰਨ ਦਾ ਪਤਾ ਹੀ ਨਹੀਂ ਲੱਗਦਾ। ਐ ਜੀਵ, ਤੇਰੇ ਤੇ ਨਾਮ ਦਾ ਅਸਰ ਹੀ ਨਹੀਂ ਹੁੰਦਾ। ਤੂੰ ਘੰਟਾ ਕਥਾ ਸੁਣਦਾ ਹੈ, ਤੇਰੇ ਕੋਈ ਸਾਖੀ, ਕੋਈ ਇਤਿਹਾਸ, ਕੋਈ ਪ੍ਰਵਚਨ ਯਾਦ ਨਹੀਂ ਰਹਿੰਦਾ। ਤੂੰ ਸੀਰੀਅਲ ਦੇਖਦਾ ਹੈ, ਤੇਰੇ ਮੂੰਹ ਜਵਾਨੀ ਯਾਦ ਹੋ ਜਾਂਦਾ ਹੈ। ਤੂੰ ਫਿਲਮਾਂ ਦੇਖਦਾ, ਤੇਰੇ ਮੂੰਹ ਜਵਾਨੀ ਯਾਦ ਹੋ ਜਾਂਦੀਆਂ ਨੇ। ਤੂੰ ਕੋਈ ਕਥਾ ਵਿਚਾਰ ਸੁਣਦਾ, ਤੇਰੇ ਯਾਦ ਨਹੀਂ ਹੁੰਦਾ ਹੈ। ਦੇਖ, ਤੇਰੇ ਵਿੱਚ ਕਿੱਡੀ ਵੱਡੀ ਘਾਟ ਅਤੇ ਭੁੱਲ ਹੈ। ਜਦੋਂ ਇਸ ਤਰ੍ਹਾਂ ਦਾ ਗਿਆਨ ਕਰਵਾਇਆ ਗਿਆ ਤਾਂ ਕਾਰੂ ਬਾਦਸ਼ਾਹ ਲੰਮਾ ਪੈ ਕੇ ਮੱਥੇ ਟੇਕਦਾ ਹੈ। ਉਹ ਜਿਹੜੀ ਪਾਪਾਂ ਦੇ ਨਾਲ ਮਾਇਆ ਇਕੱਠੀ ਕੀਤੀ ਸੀ, ਸਾਧ ਸੰਗਤ, ਹੱਕ ਦੀ ਕਮਾਈ ਦੇ ਨਾਲ ਤਾਂ 2 ਟਾਈਮ ਦਾ ਪ੍ਰਸ਼ਾਦੇ ਮਸਾਂ ਛਕਿਆ ਜਾਂਦਾ ਹੈ। ਬਾਣੀ 'ਚ ਲਿਖੇ, ਪਾਪਾਂ ਬਾਝੋਂ ਹੋਵੇ ਨਾਹੀ, ਮੋਇਆ ਸਾਥ ਨਾ ਜਾਏ। ਆਮ ਜੀਵ ਜਾਂ ਤਾਂ ਪਾਪ ਕਰਮ ਕਰਕੇ ਇਕੱਠੀ ਕਰੇਗਾ, ਜਾਂ ਕਿਸੇ ਦਾ ਕਤਲ ਕਰਕੇ, ਜਾਂ ਪਿਓ ਪੁੱਤ ਦਾ, ਪੁੱਤ ਪਿਓ ਦਾ, ਭਰਾ ਭਰਾ ਦਾ, ਦੋਸਤ ਮਿੱਤਰ ਦਾ, ਇੱਕ ਦੂਜੇ ਦਾ ਕਤਲ ਕਰਕੇ ਪੈਸਾ ਇਕੱਠਾ ਕਰੇਗਾ, ਤਾਂ ਮਾਇਆ ਇਕੱਠੀ ਹੁੰਦੀ ਹੈ। ਜਾਂ ਮਾਇਆ ਸਾਧੂਆਂ ਦੇ ਚਰਨਾਂ ਦੀ ਦਾਸੀ ਹੁੰਦੀ ਹੈ। ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ। ਉਹਨਾਂ ਦੇ ਚਰਨਾਂ ਦੇ ਵਿੱਚ ਬੇਨਤੀਆਂ ਕਰਦੀ, ਮੈਨੂੰ ਪ੍ਰਵਾਨ ਕਰ ਲਓ ਜੀ, ਮੈਨੂੰ ਚਰਨਾਂ ਵਿੱਚ ਰੱਖ ਲਓ ਜੀ, ਮੇਰੇ ਤੋਂ ਸੇਵਾ ਲੈ ਲਓ ਜੀ, ਮੈਂ ਸੇਵਾ ਕਰਨਾ ਚਾਹੁੰਦੀ ਹਾਂ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਮਾਇਆ ਨੂੰ 30 ਕੋ ਦੂਰ ਰੱਖਿਆ, ਆਨੰਦ ਵਿੱਚ ਰਹਿ ਗਏ। ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਮਾਇਆ ਨੂੰ 15 ਕੋ ਦੂਰ ਰੱਖਿਆ, ਆਨੰਦ ਵਿੱਚ ਰਹਿ ਗਏ। ਸ਼੍ਰੀ ਗੁਰੂ ਅਮਰਦਾਸ ਨੇ ਮਾਇਆ ਨੂੰ 3 ਕੋ ਦੂਰ ਰੱਖਿਆ, ਆਨੰਦ ਵਿੱਚ ਰਹਿ ਗਏ। ਸ਼੍ਰੀ ਗੁਰੂ ਰਾਮਦਾਸ ਨੇ ਮਾਇਆ ਨੂੰ ਘਰੇ ਆਉਣ ਦੀ ਆਗਿਆ ਦੇਤੀ, ਪੁੱਤ ਦੁਸ਼ਮਣ ਬਣ ਗਿਆ। ਪਿਰਥੀ ਚੰਦ ਰੋਜ਼ ਦੇਖਦਾ, ਰੋਜ਼ ਪੁੱਛਦਾ, ਰੋਜ਼ ਉਡੀਕਦਾ ਹੈ, ਕਦੋਂ ਮੇਰਾ ਪਿਤਾ ਚੜ੍ਹਾਈ ਕਰੂਗਾ, ਕਦੋਂ ਮੈਂ ਗੁਰਤਾ ਗੁਰਗੱਦੀ ਦਾ ਮਾਲਕ ਬਣੂਗਾ। ਇਹ ਪ੍ਰਵਚਨ ਗੁਰਬਾਣੀ ਵਿੱਚ ਲਿਖਿਆ ਗਿਆ 1200 ਨੰਬਰ ਅੰਗ ਤੇ, ਕਾਹੇ ਪੂਤ ਝਗਰਤ ਹੋ ਸੰਗ ਬਾਪ, ਜਿਨ ਕੇ ਜਣੇ ਬਡੀਰੇ ਤੁਮ ਹੋ, ਤਿਨ ਸਿਉ ਝਗਰਤ ਪਾਪ, ਜਿਸ ਧਨ ਕਾ ਤੁਮ ਗਰਭ ਕਰਤ ਹੋ, ਸੋ ਧਨ ਕੇ ਸੈਨਾ ਆਪ। ਇਸ ਕਰਕੇ ਸਾਨੂੰ ਬਾਰ-ਬਾਰ ਫਰਮਾਨ ਕੀਤਾ ਜਾ ਰਿਹਾ ਹੈ, ਐ ਜੀਵ, ਮ੍ਰਿਗ ਤ੍ਰਿਸ਼ਨਾ ਗੰਧਰਵ ਨਗਰੰ ਧਰਮ ਛਾਇਆ ਰਚ ਦੁਰਮਿਤ ਹੈ। ਅੱਗੇ ਕੀ ਕਹਿੰਦੇ ਹਨ? ਤਤਹਿ ਕੁਟੰਬ ਮੋਹ ਮਿਥਿਆ, ਸਿਮਰੰਤ ਨਾਨਕ ਰਾਮ ਰਾਮ ਨਾਮੈ। 30 ਸ਼ਲੋਕ ਇੱਥੇ ਸੰਪੂਰਨ ਹੋਏ ਹਨ। 31ਵਾਂ ਸ਼ਲੋਕ ਹੈ, ਨਚ ਵਿਦਿਆ ਨਿਧਾਨ ਨਿਗਮੰ, ਨਚ ਗੁਣ ਗਯ ਨਾਮ ਕੀਰਤਨ ਹੈ। ਕਿੰਨੀ ਨਿਮਰਤਾ ਰੱਖਣੀ ਹੈ ਇਸ ਜੀਵ ਨੇ, ਕਿਤਨਾ ਪ੍ਰੇਮ ਵਿੱਚ, ਕਿਤਨਾ ਗਿਆਨਵਾਨ ਹੋ ਕੇ ਆਪਣੇ ਆਪ ਨੂੰ ਅਗਿਆਨੀ ਸਮਝਣਾ ਹੈ। ਨਚ ਵਿਦਿਆ ਨਿਧਾਨ ਨਿਗਮੰ, ਇਹ ਕਹਿਣਾ ਨਾ ਹੀ ਮੈਂ ਵੇਦ ਵਿਦਿਆ ਦਾ ਗਿਆਤਾ ਹਾਂ, ਖਜ਼ਾਨਾ ਹਾਂ, ਨਾ ਹੀ ਮੈਂ ਗੁਣਾਂ ਦਾ ਖਜ਼ਾਨਾ ਹਾਂ, ਗੁਣਾਂ ਦਾ ਪਾਰਖੂ ਹਾਂ, ਨਾ ਹੀ ਮੇਰੇ ਪਾਸ ਪ੍ਰਮਾਤਮਾ ਦੀ ਸਿਫਤ ਸਲਾਹ ਹੈ। ਨਚ ਵਿਦਿਆ ਨਿਧਾਨ ਨਿਗਮੰ,
ਨਚ ਗੁਣਗੇ ਨਾਮ ਕੀਰਤਨੈ, ਨਚ ਰਾਗ ਰਤਨ ਕੰਠੰ ਨੈ ਚੰਚਲ ਚਤੁਰ ਚਾਤਰ ਹੈ। ਮੇਰੇ ਗਲੇ ਵਿੱਚ ਸ੍ਰੇਸ਼ਟ ਰਾਗ ਵੀ ਨਹੀਂ ਹੈਗੇ, ਨਾ ਹੀ ਮੈਂ ਚੁਸਤ ਤੇ ਚਲਾਕ, ਨਾ ਬਹੁਤਾ ਸਿਆਣਾ ਹਾਂ। ਅਮੋਲਕ ਕੀਰਤਨ ਗਾਇਨ ਕਰਨ ਵਾਲਾ ਮੇਰਾ ਗਲਾ ਨਹੀਂ ਹੈ, ਨਾ ਹੀ ਮੈਂ ਬਹੁਤਾ ਚਲਾਕ ਤੇ ਸਿਆਣਾ, ਨਾ ਦਾਨਾ ਹਾਂ। ਕਿਰਪਾ ਕਰ ਸੱਚੇ ਪਾਤਸ਼ਾਹ, ਭਾਗ ਉਦਯਮ ਲਬਦਿ ਮਾਇਆ। ਨਾਨਕ ਸਾਧ ਸੰਗ ਖਲ ਪੰਡਤ ਗੈ। ਪੂਰਬਲੇ ਭਾਗਾ ਅਨੁਸਾਰ ਉਦਮ ਕੀਤਿਆ ਮਾਇਆ ਮਿਲਦੀ ਹੈ, ਉਹ ਵੀ ਮੇਰੇ ਪਾਸ ਹੈ ਨਹੀਂ। ਪਰ हे ਨਾਨਕ ਸੱਚੇ ਪਾਤਸ਼ਾਹ, ਸੰਗਤ ਵਿੱਚ ਆ ਕੇ ਮੂਰਖਾਂ ਨੂੰ ਵੀ ਤੁਸੀਂ ਪੰਡਤ ਬਣਾ ਦਿੰਦੇ ਹੋ। ਮੇਰਾ ਤਾਂ ਤੁਸੀਂ ਨਾਮ ਹੀ ਆਸਰਾ ਹੋ, ਭਜਨ ਹੀ ਆਸਰਾ ਹੋ। ਕੈਸੇ ਕੈਸੇ ਲੋਕ ਹਨ ਸੱਚੇ ਪਾਤਸ਼ਾਹ। ਜਦੋਂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੁਨੀਆ ਦਾ ਭਲਾ ਕਰਦੇ ਕਰਦੇ ਪੰਜੋਖਰੇ ਨਗਰ ਵਿੱਚ ਪਹੁੰਚੇ, ਉੱਥੇ ਪੰਡਤ ਕਹਿਣ ਲੱਗਾ, ਮੈਂ ਸੁਣਿਆ ਇੱਥੇ ਗੁਰੂ ਨਾਨਕ ਦੀ ਗੱਦੀ ਤੇ ਬੈਠਣ ਵਾਲਾ ਇੱਕ ਬਾਲਕ ਆਪਣੇ ਆਪ ਨੂੰ ਹਰਿ ਕ੍ਰਿਸ਼ਨ ਕਹਾਉਂਦਾ ਹੈ। ਜੇ ਆਪਣੇ ਆਪ ਨੂੰ ਹਰਿ ਕ੍ਰਿਸ਼ਨ ਕਹਾਉਂਦਾ, ਸ਼ਕਤੀਆਂ ਦਾ ਮਾਲਕ ਕਹਾਉਂਦਾ ਹੈ, ਤਾਂ ਸਾਡੇ ਸ਼੍ਰੀ ਕ੍ਰਿਸ਼ਨ ਦੀ ਉਚਾਰਨ ਕੀਤੀ ਗੀਤਾ ਦੇ ਅਰਥ ਕਰਕੇ ਦਿਖਾਏ। ਸਾਧ ਸੰਗਤ ਜਦੋਂ ਇਸ ਤਰ੍ਹਾਂ ਦੇ ਨਾਲ ਬੇਨਤੀ ਕਰਦਾ ਹੈ, ਮਨ ਦੇ ਵਿੱਚ ਸੱਚੇ ਪਾਤਸ਼ਾਹ ਕੋਲ ਚਲਿਆ ਜਾਂਦਾ ਹੈ। ਸੱਚੇ ਪਾਤਸ਼ਾਹ ਨੂੰ ਜਾ ਕੇ ਕਹਿੰਦਾ, ਮਹਾਰਾਜ ਮੇਰਾ ਮਨ ਹੈ ਕਿ ਤੁਸੀਂ ਹਰਿ ਕ੍ਰਿਸ਼ਨ ਹੋ ਔਰ ਤੁਸੀਂ ਸ਼੍ਰੀ ਕ੍ਰਿਸ਼ਨ ਦੀ ਉਚਾਰਨ ਕੀਤੀ ਗੀਤਾ ਦਾ ਪਾਠ ਸੁਣਾ ਸਕਦੇ ਹੋ। ਸੱਚੇ ਪਾਤਸ਼ਾਹ ਕਹਿੰਦੇ, ਜੇ ਮੈਂ ਸੁਣਾਤਾ ਤੇਰੇ ਮਨ ਵਿੱਚ ਖਿਆਲ ਆਊਗਾ ਗੁਰੂਆਂ ਦਾ ਪੁੱਤਰ ਹੈ, ਕਿਸੇ ਵਿਦਵਾਨ ਤੋਂ ਪੜ੍ਹ ਲਿਆ ਹੋਊਗਾ, ਜਾਂ ਪਿੰਡ ਚ ਲੈ ਜਾ ਪੰਜੋਖਰੇ, ਜਿਹੜਾ ਵੀ ਤੈਨੂੰ ਚੰਗਾ ਲੱਗਦਾ ਹੈ, ਜਿਹੜਾ ਵੀ, ਉਸ ਬੰਦੇ ਨੂੰ ਲਿਆ, ਅਸੀਂ ਉਸੇ ਤੋਂ ਹੀ ਗੀਤਾ ਦੇ ਅਰਥ ਕਰਵਾ ਦੇਾਂਗੇ। ਲਿਆ, ਤੂੰ ਜਿਹਨੂੰ ਲੈ ਕੇ ਆਉਣਾ ਚਾਹੁੰਦਾ, ਸਾਨੂੰ ਕੋਈ ਆਪੱਤੀ ਨਹੀਂ ਹੈ, ਜਿਹਨੂੰ ਮਰਜ਼ੀ ਲੈ ਕੇ ਆ ਜਾ। ਸਾਧ ਸੰਗਤ ਪਿੰਡ 'ਚ ਚਲਿਆ ਗਿਆ। ਪਹਿਲਾਂ ਤਾਂ ਬੜੇ ਸਿਆਣੇ ਲੋਕਾਂ ਨੂੰ ਦੇਖਿਆ, ਫਿਰ ਛੱਜੂ ਝਿਹੋਰ ਸੀ ਪਿੰਡ ਦਾ, ਗੁੰਗਾ ਵੀ ਸੀ, ਬੋਲਾ ਵੀ ਸੀ। ਸਾਧ ਸੰਗਤ ਜੀ ਨਾ ਕੁਝ ਸੁਣਦਾ ਹੈ, ਨਾ ਕੁਝ ਸੁਣਾਉਂਦਾ। ਬਾਂਹ ਤੋਂ ਪਕੜ ਕੇ ਲਿਆਇਆ, ਲਿਆ ਕੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਾਰੇ 8 ਸਾਲ ਦੇ, ਉਹਨਾਂ ਦੇ ਅੱਗੇ ਲਿਆ ਕੇ ਬਿਠਾ ਦਿੱਤਾ। ਮੈਨੂੰ ਤਾਂ ਜੇ ਪਿੰਡ ਦਾ ਹੀ ਸਭ ਤੋਂ ਸਿਆਣਾ ਬੰਦਾ ਲੱਗਿਆ, ਇਹੀ ਸਿਆਣਾ ਬੰਦਾ ਲੱਗਿਆ, ਇਹ ਤੋਂ ਗੀਤਾ ਦੇ ਅਰਥ ਕਰਵਾਓ। ਪੰਡਤ ਜੀ ਨੂੰ ਕਹਿੰਦੇ, ਲੈ ਪੜ੍ਹ ਫਿਰ ਗੀਤਾ ਦਾ ਸ਼ਲੋਕ ਪੜ੍ਹ, ਇਹ ਅਰਥ ਕਰਕੇ ਸੁਣਾਏਗਾ। ਜਦੋਂ ਨੇ ਗੀਤਾ ਦਾ ਸ਼ਲੋਕ ਪੜ੍ਹਿਆ, ਅਰਥ ਤਾਂ ਬਾਅਦ ਵਿੱਚ ਕੀਤੇ, ਸੱਚੇ ਪਾਤਸ਼ਾਹ ਨੇ ਉਹਦੇ ਸਿਰ ਤੇ ਸੋਟੀ ਰੱਖਤੀ, ਆਪਣੀ ਸਟਿਕ, ਆਪਣੀ ਖੂੰਡੀ ਜਦੋਂ ਉਹਦੇ ਸਿਰ ਦੇ ਉੱਪਰ ਰੱਖ ਦਿੱਤੀ, ਸਾਧ ਸੰਗਤ ਕਹਿਣ ਲੱਗਾ, ਐ ਪੰਡਤ ਜੀ, ਜਿਸ ਸ਼ਲੋਕ ਦੇ ਅਰਥ ਤੂੰ ਮੇਰੇ ਤੋਂ ਸੁਣਨਾ ਚਾਹੁੰਦਾ, ਤੈਨੂੰ ਉਹਦਾ ਉਚਾਰਨ ਹੀ ਨਹੀਂ ਕਰਨਾ ਆਉਂਦਾ। ਵਾਹਿਗੁਰੂ, ਤੈਨੂੰ ਉਚਾਰਨ ਨਹੀਂ ਆਉਂਦਾ। ਜਿਸ ਛੱਜੂ ਨੂੰ ਨਾ ਸੁਣਦਾ ਸੀ ਨਾ ਬੋਲਦਾ ਸੀ, ਉਸਨੇ ਪਹਿਲਾਂ ਸ਼ੁੱਧ ਉਚਾਰਨ ਕੀਤਾ ਗੀਤਾ ਦੇ ਸ਼ਲੋਕ ਦਾ, ਫਿਰ ਉਹ ਗੀਤਾ ਦੇ ਸ਼ਲੋਕ ਦੇ ਅਰਥ ਕੀਤੇ। ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ, ਸ੍ਰੀ ਗੁਰੂ ਹਰਕ੍ਰਿਸ਼ਨ ਮਹਾਰਾਜ ਦੀ ਕਿਰਪਾ ਦੇ ਨਾਲ, ਸੋ ਕਹਿਣ ਤੋਂ ਭਾਵ ਗਿਆਨ ਹੋਣ ਦੇ ਬਾਵਜੂਦ ਵੀ ਆਪਣੇ ਆਪ ਨੂੰ ਗਿਆਨੀ ਨਹੀਂ ਕਹਾਉਣਾ, ਨਿਮਰਤਾ ਦੇ ਵਿੱਚ ਰਹਿਣਾ, ਪ੍ਰੇਮ ਦੇ ਵਿੱਚ ਰਹਿਣਾ। ਨਚ ਰਾਗ ਰਤਨ ਕੰਠੰ ਨੈ ਚੰਚਲ ਚਤੁਰ ਚਾਤਰੈ। ਹੇ ਮਹਾਰਾਜ, ਨਾ ਤਾਂ ਮੈਂ ਰਾਗ ਗਾਉਣ ਵਾਲਾ, ਮੇਰੇ ਗਲੇ 'ਚ ਬਹੁਤਾ ਰਸ ਨਹੀਂ ਹੈ, ਕਿਉਂਕਿ ਅੱਜ ਕੱਲ੍ਹ ਕਿੰਨਾ ਸੋਹਣਾ ਕੀਰਤਨ ਕਰਨ ਵਾਲੇ ਰਾਗੀ ਜੱਥੇ ਸਾਧੂ ਸੰਤ, ਪਰ ਹੇ ਮਹਾਰਾਜ ਮੈਨੂੰ ਕੀਰਤਨ ਨਹੀਂ ਕਰਨਾ ਆਉਂਦਾ, ਮੇਰੇ ਗਲੇ ਵਿੱਚ ਰਸ ਨਹੀਂ ਹੈ, ਨਾ ਮੈਂ ਕੋਈ ਚਤਰ ਤੇ ਚਲਾਕ ਹਾਂ, ਬਸ ਇੱਕ ਕਿਰਪਾ ਕਰ ਦਿਓ, ਭਾਗ ਉਦਯਮ ਲਬਦਿ ਮਾਇਆ। ਜਿਵੇਂ ਕਿਸੇ ਦੇ ਬਾਹਲੇ ਵੱਡੇ ਭਾਗ ਹੁੰਦੇ ਹੋਣ, ਉਹਨੂੰ ਧਨ ਦੀ ਪ੍ਰਾਪਤੀ ਹੋ ਜਾਂਦੀ ਹੈ। ਨਾਨਕ ਸਾਧ ਸੰਗ ਖਲ ਪੰਡਤ ਹੈ। ਮੈਨੂੰ ਆਪ ਦੀ ਸੰਗਤ ਦੇ ਵਿੱਚ ਮਿਲਾਉਣਾ ਕਰੋ, ਮੈਂ ਆਪ ਦੀ ਸੰਗਤ ਦੇ ਵਿੱਚ ਆ ਕੇ ਅੰਤਾਂ ਦਾ ਮੂਰਖ ਹਾਂ, ਸਿਆਣਾ ਹੋ ਜਾਵਾਂ। ਸੋ ਸਾਧ ਸੰਗਤ ਜੀ, ਸ਼ਾਇਦ ਜੋ ਵੀਡੀਓ ਬਣਾਉਣ ਵਾਲੇ ਭਾਈ ਹਨ ਕਿਤੇ ਜਾਣਾ, ਇਹਨਾਂ ਦਾ ਹੋਰ ਵੀ ਪ੍ਰੋਗਰਾਮ ਹੈ। ਸੋ ਬੇਨਤੀ ਹੈ, ਅੱਜ ਕੇਵਲ ਆਪਾਂ
25 ਕੁ ਮਿੰਟ ਹੀ ਵਿਚਾਰ ਕਰ ਸਕੇਗਾ। ਕਿਰਪਾ ਕਰਨ ਸੱਚੇ ਪਾਤਸ਼ਾਹ ਆਪਣੀ ਹਾਜ਼ਰੀ ਦਰ ਤੇ ਪ੍ਰਵਾਨ ਕਰਨ। ਰਹਿੰਦੀਆਂ ਵਿਚਾਰਾਂ ਕੱਲ ਦੇ ਦੀਵਾਨ ਵਿੱਚ ਕਰਾਂਗੇ। ਬੋਲਦਿਆਂ ਵਿਚਾਰਦਿਆਂ ਅਨੇਕਾਂ ਹੋਈਆਂ ਗਲਤੀਆਂ ਕਿਰਪਾ ਕਰਕੇ ਮਾਫ ਕਰਨੀਆਂ। ਇੱਥੋਂ ਤੱਕ ਸਾਧ ਸੰਗਤ ਜੀ 31 ਸ਼ਲੋਕਾਂ ਦੀ ਵਿਆਖਿਆ ਹੋ ਚੁੱਕੀ ਹੈ। ਕੱਲ ਨੂੰ ਆਪਾਂ ਨੇ 32ਵੇਂ ਸ਼ਲੋਕ ਦੀ ਵਿਆਖਿਆ ਕਰਨੀ ਹੈ। ਸ਼ਲੋਕ ਸੰਸਕ੍ਰਿਤੀ ਬਾਣੀ ਦੀ ਆਪ ਜੀ ਨੇ ਸਮੇਂ ਸਿਰ ਪਹੁੰਚ ਕੇ ਪੂਰਾ ਲਾਹਾ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੀ। ਦੁਬਈ ਦੀਆਂ ਸੰਗਤਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ, ਜਿਨ੍ਹਾਂ ਸੰਗਤਾਂ ਨੇ ਅੱਜ ਦੀ ਕਥਾ ਤੋਂ ਪੂਰਾ ਲਾਹਾ ਪ੍ਰਾਪਤ ਕਰਨਾ ਕੀਤਾ ਹੈ। ਐਵੇਂ ਸਤਿਗੁਰੂ ਦਇਆ ਕਰਨਗੇ। ਕੱਲੋਂ ਵੀ ਆਪਾਂ ਸਾਧ ਸੰਗਤ ਇਸੇ ਤਰ੍ਹਾਂ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਮਹਿਮਾ ਕਰਾਂਗੇ, ਜਸ ਕਰਾਂਗੇ। ਸਭ ਸੰਗਤਾਂ ਦਾ, ਜਿਨ੍ਹਾਂ ਦੇ ਵਿੱਚ ਭਿੰਡਰ ਸਾਹਿਬ ਔਰ ਜਿਨ੍ਹਾਂ ਦੇ ਵਿੱਚ ਮਨਪ੍ਰੀਤ ਸਿੰਘ ਜੀ ਔਰ ਜਿਨ੍ਹਾਂ ਦੇ ਵਿੱਚ ਕਮਲ ਜੀ, ਇਹ ਸਾਰੇ ਗੁਰਮੁਖ ਪਿਆਰੇ ਜਿਨ੍ਹਾਂ ਨੇ ਸਾਨੂੰ ਇੱਥੇ ਦੁਬਈ ਲਿਆਉਣ ਦਾ ਉਪਰਾਲਾ ਕੀਤਾ ਹੈ। ਅਬਰੋਡ ਡ੍ਰੀਮ ਜੋ ਬਹੁਤ ਸੁੰਦਰ ਉਪਰਾਲਾ ਕਰ ਰਹੇ ਹਨ। ਥੋੜੇ ਜਿਹੇ ਧਨ ਪਦਾਰਥ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਵਿਦੇਸ਼ ਯਾਤਰਾ ਕਰਵਾ ਰਹੇ ਹਨ। ਅਸੀਂ ਧੰਨਵਾਦ ਕਰਦੇ ਹਾਂ। 5 ਦਿਨ ਦਾ ਇੱਥੇ ਸਾਡੇ ਸਮਾਗਮ ਹਨ। ਤੋਂ ਆਪ ਸੰਗਤਾਂ ਦਾ ਦਰਸ਼ਨ ਦੀਦਾਰ ਕਰਾਂਗੇ, ਸਤਿਗੁਰਾਂ ਦੀ ਮਹਿਮਾ ਕਰਾਂਗੇ। ਬੋਲਦਿਆਂ ਵਿਚਾਰਦਿਆਂ ਹੋਈਆਂ ਗਲਤੀਆਂ ਮਾਫ ਕਰਨੀਆਂ। ਸਾਧ ਸੰਗਤ ਬਾਕੀ ਵਿਚਾਰਾਂ ਆਉਣ ਵਾਲੇ ਸਮੇਂ ਵਿੱਚ ਆਪਾਂ ਕਰਦੇ ਰਵਾਂਗੇ। ਸੱਚੇ ਪਾਤਸ਼ਾਹ ਇਸੇ ਤਰ੍ਹਾਂ ਆਪਾਂ ਸਾਰਿਆਂ ਨੂੰ ਸੰਗਤ ਰੂਪ ਦੇ ਵਿੱਚ ਜੁੜ ਮਿਲ ਕੇ ਬੈਠਣ ਦਾ, ਪਰਮੇਸ਼ਰ ਦਾ ਜਸ ਕਰਨ ਦਾ ਮੌਕਾ ਬਖਸ਼ ਕੇ ਨਿਵਾਜ਼ਦੇ ਰਹਿਣ। ਇਹ ਦੁਬਈ ਹੈ ਜਿੱਥੋਂ ਦੇ ਤੁਸੀਂ ਦਰਸ਼ਨ ਕਰ ਰਹੇ ਹੋ। ਜਿਸ ਇਲਾਕੇ ਦੇ ਵਿੱਚ ਅਸੀਂ ਪ੍ਰਚਾਰ ਕਰਨ ਵਾਸਤੇ ਪਹੁੰਚੇ ਹੋਏ ਹਾਂ, ਸੋ ਸਾਧ ਸੰਗਤ ਜੀ ਦੇਵੋ ਅਸੀਸ। ਬੁਲਾਓ ਫਤਿਹ ਸਾਹਿਬ ਆਖੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।